ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਅੱਜ ਆਪਾਂ ਤੁਹਾਡੀ ਪਾਠ ਪੁਸਤਕ ਕਰੁੰਬਲਾਂ ਦਾ ਲੈਸਨ ਨੰਬਰ 11 ਪੜ੍ਹਾਂਗੇ, ਜਿਸ ਦਾ ਨਾਂ ਹੈ ਮੁਸਾਫਰ ਦੀ ਘੋੜੀ। ਇਸ ਦੇ ਲੇਖਕ ਅਬਦੁਲ ਰਹਿਮਾਨ ਲੜੋਆ ਜੀ ਹਨ। ਇਸ ਵਿੱਚ ਲੇਖਕ ਨੇ ਦੱਸਿਆ ਹੈ ਕਿ ਪਰਮਾਤਮਾ ਨੇ ਮਨੁੱਖ ਨੂੰ ਧਰਤੀ 'ਤੇ ਨੇਕ ਕੰਮ ਕਰਨ ਲਈ ਭੇਜਿਆ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਮਾੜੇ ਕੰਮ ਨਾ ਕਰੇ। ਚੋਰੀ ਕਰਨਾ ਪਾਪ ਹੈ। ਕਿਸੇ ਨੂੰ ਤਕਲੀਫ ਨਹੀਂ ਪਹੁੰਚਾਉਣੀ ਚਾਹੀਦੀ। ਇਸ ਪਾਠ ਵਿੱਚ ਲੇਖਕ ਨੇ ਇੱਕ ਚੋਰ ਦੇ ਮਨ ਦੇ ਭਾਵਾਂ ਨੂੰ ਬਿਆਨ ਕੀਤਾ ਹੈ ਕਿ ਉਹ ਮਹਿਸੂਸ ਕਰਦਾ ਹੈ ਕਿ ਜਦੋਂ ਕੋਈ ਮਾੜੀ ਘਟਨਾ ਆਪਣੇ ਖੁਦ ਨਾਲ ਬੀਤਦੀ ਹੈ ਤਾਂ ਉਸਦਾ ਕੀ ਹਸ਼ਰ ਹੁੰਦਾ, ਕੀ ਨਤੀਜਾ ਹੁੰਦਾ ਹੈ। ਉਦੋਂ ਮਨੁੱਖ ਨੂੰ ਸਮਝ ਆਉਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਚੋਰੀ ਕਰਨਾ ਬੁਰੀ ਆਦਤ ਹੈ। ਆਓ ਆਪਾਂ ਪਾਠ ਪੜ੍ਹੀਏ। ਇੱਕ ਵਾਰ ਦੀ ਗੱਲ ਹੈ, ਇੱਕ ਮੁਸਾਫਰ ਕੌਣ ਹੁੰਦਾ? ਰਾਹੀ, ਜਿਹੜਾ ਯਾਤਰਾ ਕਰਦਾ ਹੈ, ਆਪਣੀ ਘੋੜੀ ਉੱਤੇ ਸਵਾਰ ਹੋ ਕੇ ਕਿਤੇ ਸਫ਼ਰ 'ਤੇ ਗਿਆ। ਮੰਜ਼ਿਲ ਦੂਰ ਸੀ। ਮੰਜ਼ਿਲ ਜਿੱਥੇ ਉਸਨੇ ਪਹੁੰਚਣਾ ਸੀ, ਉਹਦਾ ਟਿਕਾਣਾ। ਮੰਜ਼ਿਲ ਦੂਰ ਸੀ, ਇਸ ਕਰਕੇ ਉਹ ਸਵੇਰੇ ਸੁਵਖਤੇ ਹੀ ਚੱਲ ਪਿਆ। ਸੁਬਾਹ ਵਕਤ ਨਾਲ, ਸਵੇਰੇ ਜਲਦੀ। ਉਸ ਜ਼ਮਾਨੇ ਵਿੱਚ ਪੱਕੀਆਂ ਸੜਕਾਂ ਤਾਂ ਹੁੰਦੀਆਂ ਨਹੀਂ ਸਨ। ਲੋਕ ਪੈਦਲ ਜਾਂ ਊਠਾਂ ਘੋੜਿਆਂ ਉੱਤੇ ਜਾਂਦੇ ਸਨ। ਉਹ ਮੁਸਾਫਰ ਦੁਪਹਿਰ ਤੱਕ ਚੱਲਦਾ ਇੱਕ ਦਰਖਤ ਦੀ ਛਾਂ ਵੇਖ ਕੇ ਰੁਕ ਗਿਆ। ਇਸ ਦਰਖਤ ਕੋਲ ਪਾਣੀ ਪੀਣ ਵਾਸਤੇ ਖੂਹ ਵੀ ਸੀ। ਉਸਨੇ ਘੋੜੀ ਨੂੰ ਕੁਝ ਚਾਰਾ ਖੁਆ ਕੇ, ਪੱਠੇ ਜਿਵੇਂ ਹਰਾ ਘਾਹ ਵਗੈਰਾ ਖੁਆ ਕੇ ਉਸ ਦਰਖਤ ਦੀ ਜੜ੍ਹ ਨਾਲ ਬੰਨ੍ਹ ਦਿੱਤਾ ਅਤੇ ਆਪ ਲੜ ਨਾਲ ਬੰਨ੍ਹੇ ਸੱਤੂ ਘੋਲ ਕੇ ਆਪਣੀ ਭੁੱਖ ਮਿਟਾ ਲਈ। ਸੱਤੂ ਜੌਆਂ ਦੀ ਫੱਕੀ, ਜੌਆਂ ਨਾਲ ਬਣਿਆ ਹੋਇਆ ਇੱਕ ਪਦਾਰਥ ਜੋ ਗਰਮੀ ਵਿੱਚ ਘੋਲ ਕੇ ਲੋਕ ਪੀਂਦੇ ਹਨ। ਉਹਨਾਂ ਦਿਨਾਂ ਵਿੱਚ ਦੂਰ ਦੇ ਸਫ਼ਰ 'ਤੇ ਚੱਲਣ ਵਾਲੇ ਮੁਸਾਫਰ ਅਕਸਰ ਆਪਣੇ ਨਾਲ ਕੁਝ ਸੱਤੂ, ਸ਼ੱਕਰ ਅਤੇ ਆਪਣੀ ਸਵਾਰੀ ਲਈ ਕੁਝ ਛੋਲੇ ਆਦਿ ਲੈ ਕੇ ਚੱਲਦੇ ਸਨ। ਮੁਸਾਫਰ ਕੱਪੜਾ ਵਿਛਾ ਕੇ ਲੇਟ ਗਿਆ ਤਾਂ ਕਿ ਘੋੜੀ ਥੋੜ੍ਹੀ ਦੇਰ ਆਰਾਮ ਕਰ ਲਵੇ। ਥੋੜ੍ਹੀ ਹੀ ਦੇਰ ਵਿੱਚ ਮੁਸਾਫਰ ਨੂੰ ਨੀਂਦ ਆ ਗਈ। ਹੁਣ ਘੋੜੀ ਵੀ ਆਰਾਮ ਕਰ ਰਹੀ ਸੀ ਅਤੇ ਮੁਸਾਫਰ ਵੀ ਆਰਾਮ ਨਾਲ ਸੌਂ ਰਿਹਾ ਸੀ। ਕੁਝ ਦੇਰ ਬਾਅਦ ਕੁਝ ਖੜਖੜਾਹਟ ਦੀ ਆਵਾਜ਼ ਆਈ। ਖੜਕਣ ਦੀ ਆਵਾਜ਼ ਨਾਲ ਮੁਸਾਫਰ ਦੀ ਜਾਗ ਖੁੱਲ੍ਹ ਗਈ। ਮਤਲਬ ਉਹਦੀ ਨੀਂਦ ਤੋਂ ਉੱਠਿਆ। ਉਸਨੇ ਉੱਠ ਕੇ ਵੇਖਿਆ ਕੋਈ ਬੰਦਾ ਉਸਦੀ ਘੋੜੀ ਉੱਤੇ ਸਵਾਰ ਹੋ ਕੇ ਘੋੜੀ ਨੂੰ ਦੌੜਾਈ ਲਈ ਜਾ ਰਿਹਾ ਸੀ। ਮੁਸਾਫਰ ਉਸਦੇ ਮਗਰ ਭੱਜਿਆ, ਉਸਨੂੰ ਆਵਾਜ਼ਾਂ ਮਾਰੀਆਂ, ਚੀਕਿਆ, ਚਿল্ਲਾਇਆ, ਪਰ ਉਸ ਸੱਜਣ ਨੇ ਘੋੜੀ ਹੋਰ ਤੇਜ਼ ਕਰ ਲਈ ਅਤੇ ਕੁਝ ਹੀ ਪਲਾਂ ਵਿੱਚ ਉਸ ਮੁਸਾਫਰ ਦੀਆਂ ਅੱਖਾਂ ਤੋਂ ਓਝਲ ਹੋ ਗਿਆ। ਅੱਖਾਂ ਤੋਂ ਓਝਲ ਹੋਣਾ, ਜਿਸ ਨੂੰ ਬੰਦ ਹੋ ਜਾਣਾ। ਮੁਸਾਫਰ ਹੈਰਾਨ ਪਰੇਸ਼ਾਨ ਹੋਇਆ, ਸਿਰ ਫੜ ਕੇ ਬੈਠਾ। ਸੋਚ ਰਿਹਾ ਸੀ ਕਿ ਹੁਣ ਉਹ ਕੀ ਕਰੇ। ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ, ਕਿਉਂਕਿ ਉਸਦੀ ਘੋੜੀ ਤਾਂ ਕੋਈ ਲੈ ਕੇ ਭੱਜ ਗਿਆ ਸੀ ਅਤੇ ਜਲਦੀ ਉਸਨੂੰ ਦਿਸਣੋਂ ਵੀ ਬੰਦ ਹੋ ਗਿਆ ਸੀ। ਜਿਹੜਾ ਮਨੁੱਖ ਉਸਦੀ ਘੋੜੀ ਲੈ ਕੇ ਭੱਜਿਆ ਸੀ, ਘਰੋਂ ਉਹ ਚੋਖਾ ਦੂਰ ਆ ਚੁੱਕਾ ਸੀ। ਚੋਖਾ ਕਾਫੀ ਦੂਰ ਤੱਕ ਕੋਈ ਪਿੰਡ ਗਰਾਂ ਨਜ਼ਰ ਨਹੀਂ ਆ ਰਿਹਾ ਸੀ। ਕੋਈ ਪਿੰਡ ਜਾਂ ਕੋਈ ਸ਼ਹਿਰ ਨਜ਼ਰ ਨਹੀਂ ਆ ਰਿਹਾ ਸੀ। ਇਹ ਸੋਚ ਕੇ ਉਸਦਾ ਸਿਰ ਫਟਣ ਨੂੰ ਆ ਗਿਆ। ਉਹ ਉਮਰ-ਦਰਾਜ਼ ਬੰਦਾ, ਉਮਰ-ਦਰਾਜ਼ ਵੱਡੀ ਉਮਰ ਦਾ, ਸਿਆਣੀ ਉਮਰ ਦਾ, ਨਾ ਉਸ ਕੋਲ ਪੈਦਲ ਚੱਲਣ ਦੀ ਤਾਕਤ ਅਤੇ ਨਾ ਹੀ ਸਫ਼ਰ ਵਾਸਤੇ ਕੋਈ ਰਾਸ਼ਨ ਪਾਣੀ ਸੀ। ਨਾ ਤਾਂ ਉਸ 'ਚ ਹਿੰਮਤ ਸੀ ਕਿ ਉਹ ਪੈਦਲ ਚੱਲ ਲਵੇ, ਨਾ ਹੀ
ਸਫ਼ਰ ਕਰਨ ਵਾਸਤੇ ਉਹਦੇ ਕੋਲ ਕੋਈ ਰਾਸ਼ਨ ਪਾਣੀ ਸੀ। ਸੋਚਦਿਆਂ ਸੋਚਦਿਆਂ ਉਸਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ। ਉਹ ਬੈਕਗਰਾਊਂਡ ਵਿੱਚ ਚਲਾ ਗਿਆ। ਜਦੋਂ ਉਹ ਆਪ ਇੱਕ ਗਰੋਹ ਨਾਲ ਮਿਲ ਕੇ ਚੋਰੀਆਂ ਕਰਦਾ ਹੁੰਦਾ ਸੀ। ਗਰੋਹ, ਟੋਲਾ, ਗਰੁੱਪ। ਇੱਕ ਸੱਚਾ ਵਾਕਿਆ ਜੋ ਉਸਦੀ ਜ਼ਿੰਦਗੀ ਵਿੱਚ ਵਾਪਰਿਆ ਸੀ। ਵਾਕਿਆ, ਘਟਨਾ ਉਸਦੀਆਂ ਅੱਖਾਂ ਸਾਹਮਣੇ ਆ ਗਿਆ ਜਦੋਂ ਉਸਨੇ ਖੁਦ ਵੀ ਇੱਕ ਮੁਸਾਫਰ ਦੀ ਘੋੜੀ ਚੋਰੀ ਕਰ ਲਈ ਸੀ। ਉਹ ਵਾਕਿਆ ਅੱਜ ਦੀ ਇਸ ਘਟਨਾ ਨਾਲ ਬਹੁਤ ਮਿਲਦਾ ਜੁਲਦਾ ਸੀ। ਫਿਰ ਉਸਨੂੰ ਉਹ ਵਾਕਿਆ ਯਾਦ ਆਇਆ ਜਦੋਂ ਉਸਨੇ ਟਾਂਗੇ ਵਿੱਚ ਸਫ਼ਰ ਕਰਦੀ ਇੱਕ ਬੁੱਢੀ ਔਰਤ ਦਾ ਝੋਲਾ ਚੋਰੀ ਕਰ ਲਿਆ ਸੀ। ਝੋਲਾ, ਥੈਲਾ ਚੋਰੀ ਕੀਤਾ। ਜ਼ਮੀਨ ਉੱਤੇ ਸਿਰ ਸੁੱਟੀ ਬੈਠੇ ਮੁਸਾਫਰ ਨੂੰ ਇੱਕ ਇੱਕ ਕਰਕੇ ਕਈ ਵਾਕਿਆ ਯਾਦ ਆ ਰਹੇ ਸਨ। ਜਦੋਂ ਉਹ ਜ਼ਮੀਨ 'ਤੇ ਸਿਰ ਸੁੱਟ ਕੇ ਪਿਆ ਸੀ ਤਾਂ ਮੁਸਾਫਰ ਨੂੰ ਇੱਕ ਇੱਕ ਕਰਕੇ ਸਾਰੀਆਂ ਘਟਨਾਵਾਂ ਯਾਦ ਆ ਰਹੀਆਂ ਸਨ, ਜਿਨ੍ਹਾਂ ਨੂੰ ਉਸਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਹੰਢਾਇਆ ਭੁਗਤਿਆ ਸੀ। ਮਤਲਬ ਜੋ ਘਟਨਾਵਾਂ ਉਹਦੀ ਜਵਾਨੀ ਦੇ ਦਿਨਾਂ ਵਿੱਚ ਘਟਿਤ ਹੋਈਆਂ ਸਨ, ਉਹਨਾਂ ਨੂੰ ਇੱਕ ਇੱਕ ਕਰਕੇ ਯਾਦ ਕਰ ਰਿਹਾ ਸੀ। ਇਹ ਸਭ ਯਾਦ ਕਰਕੇ ਉਸਨੂੰ ਲੱਗਾ ਕਿ ਅੱਜ ਉਸ ਨਾਲ ਕੋਈ ਖਾਸ ਵਧੀਕੀ ਨਹੀਂ ਹੋਈ। ਵਧੀਕੀ, ਜ਼ਿਆਦਤੀ। ਕਿ ਜੇ ਕੋਈ ਮੁਸਾਫਰ ਉਸਦੀ ਘੋੜੀ ਚੋਰੀ ਕਰਕੇ ਲੈ ਗਿਆ ਕੋਈ ਆਦਮੀ, ਤਾਂ ਉਸ ਨਾਲ ਕੋਈ ਜ਼ਿਆਦਤੀ ਨਹੀਂ ਹੋਈ। ਅਤੇ ਕੁਝ ਪਲਾਂ ਵਿੱਚ ਮੁਸਾਫਰ ਇੰਝ ਉੱਠ ਕੇ ਖੜ੍ਹਾ ਹੋ ਗਿਆ ਜਿਵੇਂ ਉਸ ਨਾਲ ਕੁਝ ਵਾਪਰਿਆ ਹੀ ਨਾ ਹੋਵੇ। ਤਾਂ ਇਸ ਤੋਂ ਸਿੱਖਿਆ ਲੈ ਕੇ ਉਹ ਕੁਛ ਹੀ ਪਲਾਂ ਵਿੱਚ, ਛਣਾਂ ਵਿੱਚ ਉਹ ਮੁਸਾਫਰ ਉੱਠ ਕੇ ਖੜ੍ਹਾ ਹੋ ਗਿਆ ਜਿਵੇਂ ਉਸ ਨਾਲ ਕੁਝ ਵੀ ਘਟਿਤ ਨਾ ਹੋਇਆ ਹੋਵੇ। ਹੁਣ ਉਹ ਉੱਠ ਕੇ ਚੱਲ ਪਿਆ, ਆਪਣੀ ਮੰਜ਼ਿਲ ਵੱਲ ਨਹੀਂ ਸਗੋਂ ਆਪਣੇ ਘਰ ਵੱਲ। ਹੁਣ ਉਸ ਵਿੱਚ ਪਤਾ ਨਹੀਂ ਕਿੱਥੋਂ ਇੰਨੀ ਤਾਕਤ ਆ ਗਈ, ਤਾਕਤ, ਸ਼ਕਤੀ, ਕਿ ਉਹ ਬੇਪਰਵਾਹ, ਬਿਨਾਂ ਕਿਸੇ ਦੀ ਪਰਵਾਹ ਕੀਤੇ ਵਾਟਾਂ ਵੱਢਦਾ ਜਾ ਰਿਹਾ ਸੀ। ਵਾਟਾਂ ਵੱਢਣਾ, ਪੈਂਡਾ ਕੱਟਣਾ, ਰਾਸਤਾ ਤੈਅ ਕਰਨਾ। ਉਹ ਘਰ ਪਹੁੰਚਣ ਤੋਂ ਪਹਿਲਾਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ ਸੀ ਜੋ ਕਦੀ ਉਸਦੇ ਚੋਰ ਗਰੋਹ ਦਾ ਸਰਦਾਰ ਸੀ। ਜਿਹੜਾ ਉਹਨਾਂ ਦਾ ਚੋਰੀ ਵਾਲਾ ਗਰੁੱਪ ਸੀ ਨਾ, ਉਹਨਾਂ ਦਾ ਜਿਹੜਾ ਸਰਦਾਰ, ਹੈੱਡ, ਮੁਖੀ ਸੀ। ਲੱਭਦਾ ਲੱਭਦਾ ਉਹ ਉਸ ਬੰਦੇ ਦੇ ਘਰ ਤੱਕ ਪਹੁੰਚ ਗਿਆ, ਪਰ ਉਸਨੂੰ ਪਤਾ ਲੱਗਾ ਕਿ ਉਹ ਬੰਦਾ ਤਾਂ ਕੋਈ 20 ਸਾਲ ਪਹਿਲਾਂ ਮਰ ਚੁੱਕਾ ਸੀ। ਕਿ ਜਿਹੜਾ ਉਹਨਾਂ ਦਾ ਹੈੱਡ ਸੀ ਨਾ ਚੋਰੀ ਵਾਲੇ ਗਰੁੱਪ ਦਾ, ਉਹ 20 ਸਾਲ ਪਹਿਲਾਂ ਹੀ ਮਰ ਗਿਆ ਸੀ। ਫਿਰ ਉਹ ਉਸ ਗਰੋਹ ਵਿੱਚ ਕੰਮ ਕਰਦੇ ਹੋਰ ਸਾਥੀਆਂ ਨੂੰ ਲੱਭਦਾ ਉਹਨਾਂ ਦੇ ਘਰ ਹੀ ਪਹੁੰਚਿਆ ਤਾਂ ਪਤਾ ਲੱਗਾ ਕਿ ਕੋਈ ਜੇਲ੍ਹ ਵਿੱਚ ਹੈ, ਕੋਈ ਮਰ ਚੁੱਕਾ ਹੈ ਅਤੇ ਕੋਈ ਬਿਮਾਰ ਪਿਆ ਹੈ। ਇਹ ਸਭ ਵੇਖ ਕੇ ਉਸਨੇ ਆਪਣੇ ਦੋਵੇਂ ਹੱਥ ਉੱਪਰ ਉਠਾ ਕੇ ਉੱਪਰ ਵਾਲੇ ਦਾ ਸ਼ੁਕਰ ਕੀਤਾ। ਜਦੋਂ ਉਹਨੇ ਸਾਰਿਆਂ ਦੀ ਇਹ ਹਾਲਤ ਦੇਖੀ ਤਾਂ ਉਸਨੇ ਉੱਪਰ ਵਾਲੇ ਦਾ, ਪਰਮਾਤਮਾ ਦਾ ਸ਼ੁਕਰ ਅਦਾ ਕੀਤਾ, ਭਾਵ ਪਰਮਾਤਮਾ ਦਾ ਧੰਨਵਾਦ ਕੀਤਾ। ਉਹ ਕਹਿ ਰਿਹਾ ਸੀ, ਹੇ ਪਰਮਾਤਮਾ, ਉਹ ਚੰਗਾ ਵਕਤ ਸੀ, ਸਮਾਂ ਜਦੋਂ ਮੈਂ ਚੋਰੀਆਂ ਕਰਨੀਆਂ ਛੱਡ ਕੇ ਮਿਹਨਤ ਮਜ਼ਦੂਰੀ ਕਰਨ ਲੱਗਾ। ਉਹ ਪਰਮਾਤਮਾ ਦਾ ਧੰਨਵਾਦ ਕਰਦਾ ਕਹਿੰਦਾ ਹੈ ਕਿ ਉਹ ਬਹੁਤ ਚੰਗਾ ਸਮਾਂ ਸੀ ਜਦੋਂ ਮੈਂ ਚੋਰੀਆਂ ਕਰਨੀਆਂ ਛੱਡੀਆਂ ਅਤੇ ਮਿਹਨਤ ਮਜ਼ਦੂਰੀ ਕਰਨ ਲੱਗਾ। ਹੇ ਮੇਰੇ ਸੱਚੇ ਪਰਮਾਤਮਾ, ਮੇਰੇ ਬਾਪ ਨੂੰ ਜੰਨਤ ਨਸੀਬ ਹੋਵੇ, ਜੰਨਤ, ਸਵਰਗ, ਜਿਸਨੇ ਮੈਨੂੰ ਵਾਰ-ਵਾਰ ਮਜਬੂਰ ਕਰਕੇ ਚੋਰੀਆਂ ਕਰਨ ਤੋਂ ਰੋਕਿਆ ਅਤੇ ਸਿੱਧਾ ਰਾਹ ਦਿਖਾਇਆ। ਜਿਹਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਚੋਰੀਆਂ ਛੱਡ ਦੇਵਾਂ ਅਤੇ ਸਿੱਧਾ ਰਾਸਤਾ ਦਿਖਾਇਆ, ਭਾਵ ਮੈਨੂੰ ਬੁਰੇ ਰਾਸਤੇ 'ਤੇ ਜਾਣ ਤੋਂ ਰੋਕਿਆ ਔਰ ਸਹੀ ਰਾਹ 'ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਚੱਲਦਾ ਚੱਲਦਾ ਮੁਸਾਫਰ ਕਈ ਉਨ੍ਹੀਂ ਘਰੀਂ ਵੀ ਗਿਆ ਜਿਨ੍ਹਾਂ ਘਰਾਂ ਵਿੱਚ ਕਦੀ ਉਸਨੇ ਚੋਰੀਆਂ ਕੀਤੀਆਂ ਸਨ। ਜਿਸ ਘਰ ਵੀ ਉਹ ਪਹੁੰਚਿਆ ਉਸਨੇ ਉਹ ਘਰ ਅਤੇ ਘਰ ਵਾਲੇ ਪਹਿਲਾਂ ਨਾਲੋਂ ਵੀ ਖੁਸ਼ਹਾਲ ਦੇਖੇ। ਇਹ ਸਭ ਕੁਝ ਵੇਖ ਕੇ ਉਸਨੂੰ ਚੋਰੀ ਸ਼ਬਦ ਤੋਂ
नफरत हो गई, नफरत घिरना हो गई। ਹੁਣ ਉਹ ਮੁਸਾਫਰ ਆਪਣੀ ਜ਼ਿੰਦਗੀ ਦੇ ਪੁਰਾਣੇ ਵਰਕੇ ਉਲਟਦਾ ਪਲਟਦਾ ਆਪਣੇ ਘਰ ਪਹੁੰਚ ਗਿਆ। ਪੁਰਾਣੇ ਪਹਿਲਾਂ ਵਾਲੇ ਵਰਕੇ, ਪੰਨੇ ਪੇਜ, ਉਲਟਦਾ ਪਲਟਦਾ ਇੱਧਰ ਉੱਧਰ ਕਰਦਾ। ਭਾਵ ਹੁਣ ਉਹ ਮੁਸਾਫਰ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਦਾ ਆਪਣੇ ਘਰ ਪਹੁੰਚ ਗਿਆ। ਘਰ ਵਾਲੇ ਉਸਦੀ ਹਾਲਤ ਵੇਖ ਕੇ ਬੜੇ ਹੈਰਾਨ ਹੋਏ, ਪਰ ਉਹ ਬੜਾ ਖੁਸ਼ ਸੀ। ਜਦੋਂ ਘਰ ਵਾਲਿਆਂ ਨੇ ਸਫ਼ਰ ਬਾਰੇ ਪੁੱਛਿਆ ਤਾਂ ਉਸਦਾ ਜਵਾਬ ਸੀ, ਸਫ਼ਰ ਬਹੁਤ ਅੱਛਾ ਰਿਹਾ। ਘੋੜੀ ਕਿੱਥੇ ਹੈ ਪੁੱਛਿਆ ਗਿਆ ਤਾਂ ਉਸਦਾ ਜਵਾਬ ਸੀ, ਘੋੜੀ ਮਰ ਗਈ। ਤੁਸੀਂ ਵਾਪਸ ਕਿਵੇਂ ਆਏ ਪੁੱਛਿਆ ਗਿਆ ਤਾਂ ਉਸਨੇ ਬੜੇ ਠਰ੍ਹੰਮੇ ਨਾਲ ਜਵਾਬ ਦਿੱਤਾ, ਠਰ੍ਹੰਮੇ ਨਾਲ, ਤਸੱਲੀ ਨਾਲ, ਸ਼ਾਂਤੀ ਨਾਲ ਜਵਾਬ ਦਿੱਤਾ, ਕੋਈ ਰੱਬ ਦਾ ਬੰਦਾ ਆਪਣੀ ਘੋੜੀ ਉੱਤੇ ਛੱਡ ਗਿਆ। ਤਾਂ ਉਸਨੇ ਆਪਣੇ ਘਰ ਵਾਲਿਆਂ ਨੂੰ ਇਸ ਤਰ੍ਹਾਂ ਕਨਵਿੰਸ ਕਰਵਾਇਆ ਕਿ ਘੋੜੀ ਮਰ ਗਈ ਹੈ, ਮੈਂ ਕਿਸੇ ਦੇ ਨਾਲ ਇੱਥੇ ਆ ਗਿਆ ਹਾਂ, ਕੋਈ ਘੋੜੀ ਵਾਲਾ ਮੈਨੂੰ ਛੱਡ ਗਿਆ ਹੈ। ਹੁਣ ਉਸਨੂੰ ਅਹਿਸਾਸ ਹੋ ਗਿਆ ਕਿ ਜੋ ਚੋਰੀਆਂ ਉਸਨੇ ਆਪਣੇ ਫਾਇਦੇ ਲਈ ਕੀਤੀਆਂ ਸਨ, ਉਹਨਾਂ ਨਾਲ ਲੋਕਾਂ ਨੂੰ ਕਿੰਨੀ ਤਕਲੀਫ ਹੋਈ ਹੋਵੇਗੀ, ਤਕਲੀਫ, ਦੁੱਖ। ਇਸ ਕਰਕੇ ਉਹ ਚੋਰੀ ਸ਼ਬਦ ਆਪਣੀ ਜ਼ਬਾਨ ਉੱਤੇ ਵੀ ਨਹੀਂ ਲਿਆਉਣਾ ਚਾਹੁੰਦਾ ਸੀ। ਉਸਨੂੰ ਚੋਰੀ ਸ਼ਬਦ ਨਾਲ ਨਫ਼ਰਤ ਹੋ ਗਈ ਸੀ। ਉਹ ਚੋਰੀ ਸ਼ਬਦ ਬੋਲਣਾ ਵੀ ਨਹੀਂ ਚਾਹੁੰਦਾ ਸੀ ਅਤੇ ਜੋ ਹੋ ਚੁੱਕਾ ਸੀ ਉਸ ਉੱਤੇ ਉਹ ਪਛਤਾ ਰਿਹਾ ਸੀ। ਉਸਨੂੰ ਪਛਤਾਵਾ ਹੋ ਰਿਹਾ ਸੀ ਜੋ ਕੁਝ ਵੀ ਹੋਇਆ ਸੀ। ਬੇਟਾ, ਲੈਸਨ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਸ ਪਾਠ ਵਿੱਚੋਂ 2-2 ਨੰਬਰ ਵਾਲੇ ਪ੍ਰਸ਼ਨ ਆਉਣੇ ਹੈ। ਪਾਠ ਨੂੰ ਧਿਆਨ ਨਾਲ ਪੜ੍ਹਨਾ। ਧੰਨਵਾਦ।